दोस्तों कुछ दिन पहला एक घर के उत्ते पहाड़ टिग्या मुसीबतों का, क्योंकि घर के दो जवान बच्चे इस फानी दुनिया नूं अलविदा कह गए। पर उस तो भी बड़ा दुख उस परिवार नूं उदों होया जदों सोशल मीडिया उत्ते उन्हां दे परिवार की उन्हां दे बच्चों की बदनामी की जान लग गई। सो उस बदनामी तो वो परिवार अज एक नवे सदमे च आ गया, क्योंकि एक परिवार चों उसका जवान पुत ते उन्हां दी नूंह पिछे 1 साल की बच्ची नूं छड्ड के चले गए। कारण जो भी रहा होवे, लोगों वालों अफवाह उड़ाई गई कि उन्होंने सुसाइड की या ओवरडोज ड्रग की ओवरडोज के नाल उन्हां दी मौत हो गई। इस तो इलावा भी लोगों ने इत्थे तक लिखिया सोशल मीडिया उत्ते कि 9 किले जमीन जिहड़ी है इस व्यक्ति वालों बेच के नशे दे विच खत्म कर दी गई। पर यह सच नहीं सी। ਜਦੋਂ ਪਰਿਵਾਰ ਕੋਲ ਇਸ ਤਰ੍ਹਾਂ ਦੀ ਖਬਰਾਂ ਪਹੁੰਚੀਆਂ, ਰਿਸ਼ਤੇਦਾਰਾਂ ਦੇ, ਦੋਸਤਾਂ ਮਿੱਤਰਾਂ ਦੇ ਫੋਨ ਆਣੇ ਸ਼ੁਰੂ ਹੋਏ ਤੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਅਲੱਗ ਤੋਂ ਟੁੱਟ ਗਿਆ। ਤੁਸੀਂ ਸੋਚ ਸਕਦੇ ਹੋ ਇੱਕ ਪਰਿਵਾਰ ਦੇ 2 ਜੀ ਚਲੇ ਜਾਣ, ਪਿੱਛੇ ਛੋਟੀ ਜੀ ਮਾਸੂਮ ਬੱਚੀ ਨੂੰ ਛੱਡ ਜਾਣ ਤੇ ਉਸ ਪਰਿਵਾਰ ਦੀ ਕੀ ਹਾਲਤ ਹੋਊਗੀ। ਉਸ ਤੋਂ ਬਾਅਦ ਉਹਨਾਂ ਨੂੰ ਇਸ ਤਰ੍ਹਾਂ ਦੀ ਬਦਨਾਮੀ ਜਾਂ ਇਸ ਤਰ੍ਹਾਂ ਦਾ ਝੂਠ ਝੇਲਣਾ ਪਵੇ ਤੇ ਉਸ ਪਰਿਵਾਰ ਤੇ ਕੀ ਬੀਤੀ ਹੋਏਗੀ। ਜਿੰਨੇ ਲੋਕ ਸੀਨੇ ਦੇ ਵਿੱਚ ਦਿਲ ਰੱਖਦੇ ਆ ਉਹ ਇਸ ਗੱਲ ਨੂੰ ਸਮਝ ਸਕਦੇ ਆ। ਲੋਕ ਝੂਠੀ TRP या वाह वाही खट्टन लई या इस तरह की कुछियां हरकतां करते हैं, उन्होंने खबरदार होना चाहिए कि तुसी किसी की निजी जिंदगी दे विच इस तरह दखल ना दो कि उसका खलल उन्होंने पिछले लोगों को पवे, उन्होंने परिवार को नामोशी या बदनामी का सामना करना पवे। असी उस परिवार दे नाल इस वक्त मौजूद हाँ जो इन्हां सारे तत्थां तो पर्दा चक्कणगे और असल सच तुहाडे सामने लियाणगे। असी इस वक्त जिला फतेहगढ़ साहब के वजीदपुर पिंड दे विच हां, जिथे पिछे जे खबर आई कि एक जवान लड़के अते उसकी पत्नी वालों नशे की ओवरडोज के नाल उन्हां दी मौत हो गई। पिछे 1 साल की मासूम बच्ची रह गई। सो मैं उस नौजवान की माता नाल गल करांगा जो हाले च दुखों के पहाड़ तो उभरी नहीं सी, उस तो बाद बदनामी दे विच फसे हुए नज़र आ रहे हैं। पूरे पिंड दे विच अज रोस है इस चीज़ नूं लेके। गल करांगे पिंड वासियों नाल भी, पहलां उन्हां दी माता जी नाल गल करदे हां। सत श्री अकाल जी। सत श्री अकाल जी। जी जिस तरह कि मैं सारी गल दसी कि इस तरह होया और उस तो बाद ये जिहड़ा सोशल मीडिया ते आ रहा ਇਹਦੇ ਵਿੱਚ ਕਿੰਨਾ ਸੱਚ ਹੈ? ਸਰ ਬਹੁਤ ਝੂਠ ਹੈ ਜੀ। ਇਹਦੇ ਵਿੱਚ ਕੋਈ ਸਾਡੇ ਕੋਲ ਜ਼ਮੀਨ ਦਾ ਸਿਰਫ 1.5 ਕਿੱਲਾ ਸੀਗਾ ਜੀ ਬੇਟੇ ਦੇ ਕੋਲ, ਤੇ ਉਹਨਾਂ ਨੇ ਕਿੱਲਾ ਵੇਚ ਕੇ ਜੀ ਆਪਣਾ ਮਕਾਨ ਪਾਇਆ ਸੀ। ਤੇ ਉਹਤੇ ਬਾਅਦ ਵਿੱਚ ਆਪਣੇ ਵੱਡੇ ਭਰਾ ਦੀ ਸ਼ਾਦੀ ਵੀ ਕੀਤੀ ਸੀ, ਆਪਣੀ ਵੀ ਕੀਤੀ ਸੀ, ਤੇ ਕੋਈ ਉਹ ਨਸ਼ਾ ਨਹੀਂ ਸੀ ਹੁਣ ਕਰਦਾ। ਹੁਣ ਤਾਂ ਜੀ ਉਹ ਠੀਕ ਸੀਗਾ, 15 ਕੁ ਦਿਨ ਤੇ ਦਵਾਈ ਖਾਂਦਾ ਸੀ। ਆ ਚੈਨਲ ਵਾਲਿਆਂ ਨੇ ਜੀ ਸਾਡੀ ਬਹੁਤ ਬਦਨਾਮੀ ਕੀਤੀ ਹੋਈ ਹੈ, ਤੇ ਪਹਿਲਾਂ ਹੀ ਅਸੀਂ ਬਹੁਤ ਦੁੱਖਾਂ ਦੇ ਬਹੁਤ ਹੋਏ ਪਏ ਸੀ ਜੀ। ਇੱਕ ਬੇਟਾ ਚਲੇ ਗਿਆ ਘਰ ਤੋਂ, ਇੱਕ ਨੂੰਹ ਚਲੇ ਗਈ ਜੀ, ਛੋਟੀ ਜੀ ਬੇਟੀ ਹੈ ਜੀ, ਇਹਨੂੰ ਹੁਣ ਮੈਂ ਪਾਲਣਾ ਵੀ ਹੈ ਜੀ ਇਹਨੂੰ। ਬਹੁਤ ਜੀ ਮੈਨੂੰ ਦੁੱਖ ਲੱਗਿਆ ਜਿਹੜਾ ਮੈਨੂੰ ਆ ਬਦਨਾਮ ਕੀਤਾ ਇਹਨਾਂ ਨੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਮਾਂ ਆਪਣੇ ਪੁੱਤ ਦੀ ਗਮ ਦੇ ਵਿੱਚ ਹਜੇ ਬੋਲ ਵੀ ਨਹੀਂ ਪਾ ਰਹੀ ਚੱਜ ਨਾਲ। ਤੁਹਾਨੂੰ ਮੈਂ ਦੱਸਾਂ ਕਿ ਸੋਸ਼ਲ ਮੀਡੀਆ ਤੇ ਅਫਵਾਹ ਆ ਰਹੀ ਹੈ ਕਿ 9 ਕਿੱਲੇ ਬਹੁਤ ਵੱਡੀ ਗੱਲ ਹੁੰਦੀ ਹੈ। 9 ਕਿੱਲੇ ਇਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਟੋਟਲ ਹੀ 1.5 ਪੌਣੇ 2 ਕਿੱਲਾ ਸੀ, ਜਿਹਦੇ ਵਿੱਚੋਂ 1 ਕਿੱਲਾ ਵੇਚਿਆ ਸੀ, ਉਸ ਦੇ ਵਿੱਚ ਮਕਾਨ ਵੀ ਪਾਇਆ ਤੇ 2 ਵਿਆਹ ਵੀ ਕੀਤੇ। ਸੋ ਦੋਸਤੋ ਉਹਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਜੋ ਬਿਨਾਂ ਸੋਚੇ ਸਮਝੇ ਕਿਸੇ ਵੀ ਗੱਲ ਨੂੰ ਨਸ਼ਰ ਕਰ ਦਿੰਦੇ ਆ ਜਾਂ ਲਿਖ ਦਿੰਦੇ ਆ ਜਾਂ ਬੋਲ ਦਿੰਦੇ ਆ। ਕਿਉਂਕਿ ਮਾਂ ਦਾ ਕਹਿਣਾ ਇਹ ਹੈ ਕਿ ਮੁੰਡਾ ਚਾਹੇ ਨਸ਼ੇ ਕਰਦਾ ਸੀ ਪਰ ਪਿਛਲੇ 15-20 ਦਿਨਾਂ ਤੋਂ ਉਸ ਨਸ਼ੇ ਨੂੰ ਛੱਡਣ ਦੀ ਕੋਸ਼ਿਸ਼ ਦੇ ਵਿੱਚ ਸੀ, ਦਵਾਈਆਂ ਖਾ ਰਿਹਾ ਸੀ। ਉਹ ਟ੍ਰੀਟਮੈਂਟ ਲੈ ਰਹੇ ਸੀ ਜੀ। ਹਾਂਜੀ ਸਰ, ਕਿੰਨੇ ਦਿਨ ਹੋ ਗਏ ਸੀ? 15-20 ਦਿਨ ਹੋ ਗਏ ਸੀ ਦਵਾਈ ਖਾਂਦੇ ਨੂੰ ਜੀ। ਅੱਛਾ, ਹਾਂਜੀ। ਜਦੋਂ ਮੈਡੀਕਲ ਆਇਆ, ਕਿਉਂਕਿ ਪੋਸਟਮਾਰਟਮ ਹੁੰਦਾ ਜੀ, ਤੇ ਮੈਡੀਕਲ ਦੇ ਵਿੱਚ ਨਸ਼ਾ ਆਇਆ ਨਾ ਜੀ? ਦਵਾਈ ਉਹ ਖਾਧੀ ਹੋਈ ਸੀਗੀ ਉਹਨਾਂ ਨੇ ਵੀ ਹਾਂਜੀ, ਕੋਈ ਉਹ ਨਹੀਂ ਸੀ, ਉਹਨਾਂ ਨੇ ਨਸ਼ਾ ਨੁਸ਼ਾ ਨਹੀਂ ਸੀ ਕਰਦਾ ਹੋਇਆ ਕੋਈ। ਤੇ ਨੂੰਹ ਦੀ ਗੱਲ ਕਰੀਏ, ਕਿਉਂਕਿ ਨੂੰਹ ਬਾਰੇ ਵੀ ਲਿਖਿਆ ਗਿਆ ਕਿ ਉਹ ਵੀ ਨਸ਼ਾ ਕਰਦੇ ਸੀ। ਸਰ ਨਹੀਂ ਜੀ, ਉਹ ਕੋਈ ਵਿੱਚ ਦੀ ਨਸ਼ਾ ਨਹੀਂ ਸੀ ਕਰਦੀ। ਆਪਾਂ ਬਗਾਨੀ ਧੀ ਨੂੰ ਕੁਝ ਵੀ ਨਹੀਂ ਕਹਿ ਸਕਦੇ। ਪਰ ਮੇਰਾ ਬੇਟਾ ਇਹ ਗੱਲ ਰੱਬ ਜਾਣਦਾ ਜਾਂ ਉਹ 2 ਰੂਹਾਂ ਜਾਣਦੀਆਂ ਜਿਹੜੀਆਂ ਇਸ ਸੰਸਾਰ ਤੋਂ ਚਲੀਆਂ ਗਈਆਂ ਕਿ ਆਖਰ ਕੀ ਕਾਰਨ ਸੀ। ਡਿਪਰੈਸ਼ਨ ਸੀ, ਕੋਈ ਸਮੱਸਿਆ ਸੀ ਜਾਂ ਕੁਝ ਹੋਰ ਸੀ, ਪਰ ਨਸ਼ਾ ਕਾਰਨ ਨਹੀਂ ਸੀ। ਕਿਉਂਕਿ ਉਹਨਾਂ ਦੀ ਮਾਂ ਬੈਠੀ ਹੈ, ਉਹਨਾਂ ਦਾ ਕਹਿਣਾ ਕਿ 15-20 ਦਿਨ ਪਹਿਲਾਂ ਤੋਂ ਹੀ ਉਸਨੇ ਸੋਚ ਲਿਆ ਸੀ ਕਿ ਮੈਂ ਨਸ਼ਾ ਛੱਡੂੰਗਾ ਔਰ ਉਸ ਦੇ ਲਈ ਦਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਸੀ ਔਰ ਦਵਾਈ ਲੈ ਰਿਹਾ ਸੀ। ਉਸ ਗੱਲ ਦੀ ਜਿਹੜੀ ਪੁਸ਼ਟੀ ਹੈ ਉਹ ਪੋਸਟਮਾਰਟਮ ਰਿਪੋਰਟ ਕਰਦੀ ਹੈ। ਪੋਸਟਮਾਰਟਮ ਰਿਪੋਰਟ ਦੇ ਵਿੱਚ ਆਇਆ ਜੀ ਕਿਤੇ ਕਿ ਨਸ਼ੇ ਦੇ ਨਾਲ ਓਵਰਡੋਜ਼ ਦੇ ਨਾਲ ਮੌਤ ਹੋਈ। ਹਾਂਜੀ, ਦਵਾਈ ਨਾਲੇ ਦਵਾਈ ਉਹ ਖਾਧੀ ਹੋਈ ਸੀ ਉਹਨਾਂ ਦੀ ਜੀ। ਹਾਂਜੀ, ਸੁਸਾਈਡ ਕਰਿਆ ਉਹਨਾਂ ਨੇ ਜੀ। ਇਹ ਪਤਾ ਨਹੀਂ ਲੱਗਾ ਜੀ। ਮੈਂ ਤਾਂ ਗੇਟ ਦੇ ਮੂਹਰੇ ਹੀ ਪਈ ਸੀਗੀ, ਉਹ ਅੰਦਰ ਸੀ 2 ਜਣੇ। ਮੈਂ ਤਾਂ ਜਦ ਉੱਠ ਕੇ ਦੇਖਿਆ ਬੇਟੀ ਰੋਣ ਲੱਗ ਗਈ, ਜਦ ਦੇਖਿਆ ਜੀ ਬੇਟਾ ਲੰਘਦਾ ਸੀ, ਉਹ ਬੈੱਡ ਤੇ ਪਈ ਸੀ।
ਕੁਛ ਵੀ ਨਹੀਂ ਪਤਾ ਲੱਗਿਆ। ਪਿੱਛੇ ਨੂੰ ਆ ਕੇ ਜੀ ਮੈਂ ਦੇਖਿਆ ਇੱਧਰ ਨੂੰ ਖੇਤਾਂ ਵੱਲ ਨੂੰ, ਟਾਕੀਆਂ ਜੀ ਇੱਧਰ ਨੂੰ ਆ ਕੇ ਦੇਖਿਆ ਮੈਂ ਤਾਂ, ਤੇ ਬੇਟਾ ਲੰਘਦਾ ਸੀ ਜੀ। ਸਵੇਰੇ ਦੇਖਿਆ ਜੀ, ਮੈਂ ਆ ਕੇ ਬੇਟੇ ਨੂੰ ਉਠਾ ਦੂਜੇ ਨੂੰ ਪੰਚਾਇਤ ਬੁਲਾਈ ਤਾਂ ਜੀ ਪੁਲਿਸ ਵਾਲਿਆਂ ਨੇ ਆ ਕੇ ਗੇਟ ਗੂਟ ਤੋੜਿਆ। ਸੋ ਪਿੱਛੇ 1 ਸਾਲ ਦੀ ਬੇਟੀ ਰਹਿ ਗਈ, ਮਾਤਾ ਪਿਤਾ ਦਾ ਸਾਇਆ ਉੱਠ ਗਿਆ, ਬਿਰਧ ਅਵਸਥਾ ਦੇ ਵਿੱਚ ਹੈ, ਇਹ ਕਿੰਨੀ ਦੇਰ ਉਹਦਾ ਸਹਾਰਾ ਬਣ ਸਕਦੇ ਆ। ਸੋ ਜਿੱਥੇ ਸਮਾਜ ਨੂੰ ਚਾਹੀਦਾ ਕਿ ਇਹਨਾਂ ਦਾ ਸਹਾਰਾ ਬਣਨ, ਇਹਨਾਂ ਦੀ ਉਸ ਬੇਟੀ ਲਈ ਕੁਝ ਕਰਨ, ਸਰਕਾਰ ਤੋਂ ਕੋਈ ਅਪੀਲ ਕਰਨ ਕਿ ਉਸ ਦੀ ਪੜ੍ਹਾਈ ਦਾ, ਉਸ ਦੇ ਲਈ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਜਾਂ ਫਿਰ ਉਸ ਬੱਚੀ ਦਾ ਕੋਈ ਫਾਈਨੈਂਸ਼ੀਅਲੀ ਮਦਦ ਕੀਤੀ ਜਾਵੇ, ਕਿੱਥੇ ਤਾਂ ਇਹ ਕਰਨਾ ਚਾਹੀਦਾ ਸੀ। ਪਰ ਉਸ ਤੋਂ ਬਿਲਕੁਲ ਉਲਟ ਹੋ ਰਿਹਾ ਸੀ ਸਮਾਜ ਦੇ ਵਿੱਚ ਕਿ ਉਸ ਬੱਚੀ ਦੇ ਮਾਤਾ ਪਿਤਾ ਜੋ ਨਹੀਂ ਰਹੇ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸੀ। ਸੋ ਅੱਜ ਇਸ ਗੱਲ ਤੇ ਇਹ ਬਹੁਤ ਪਰੇਸ਼ਾਨ ਨੇ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ। ਸੋ ਪੰਚਾਇਤ ਮੈਂਬਰ ਵੀ ਇੱਥੇ ਮੌਜੂਦ ਨੇ ਔਰ ਪਿੰਡ ਦੇ ਸੱਜਣ ਪਤਵੰਤੇ ਵੀ ਇੱਥੇ ਬੈਠੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ। ਸੋ ਮਾਤਾ ਜੀ ਨਾਲ ਬਹੁਤ ਜ਼ਿਆਦਾ ਗੱਲ ਨਹੀਂ ਕਰਾਂਗੇ ਕਿਉਂਕਿ ਉਹ ਪਹਿਲਾਂ ਹੀ ਗਮ ਦੇ ਵਿੱਚ ਆ ਔਰ ਦੁੱਖ ਦੇ ਵਿੱਚ ਆ। ਬਸ ਅਖੀਰਲੀ ਗੱਲ ਕਰਾਂਗਾ ਜੀ, ਜਿਵੇਂ ਹੁਣ ਬੇਟੀ ਹੈ, ਇਸ ਨੂੰ ਪਾਲਣਾ ਹੈ, ਵੱਡਾ ਕਰਨਾ ਹੈ, ਕਿਉਂਕਿ 1 ਸਾਲ ਦੀ ਹਜੇ ਹੈਗੀ ਆ, ਪੜ੍ਹਨਾ ਲਿਖਣਾ, ਤੇ ਉਹ ਕਿਸ ਤਰ੍ਹਾਂ ਆਪਾਂ ਉਸ ਨੂੰ ਕਿਸ ਤਰ੍ਹਾਂ ਮੈਨੇਜ ਕਰਾਂਗੇ। ਸਰਕਾਰ ਤੋਂ ਕੋਈ ਮੰਗ ਕਰਦੇ ਹੋ? ਹਾਂਜੀ, ਮੈਨੂੰ ਸਰਕਾਰ ਤੋਂ ਜੀ ਬਹੁਤ ਹੋਇਆ ਜੀ, ਮੈਨੂੰ ਮਦਦ ਚਾਹੀਦੀ ਹੈ ਜੀ। ਬੇਟੀ ਵੀ ਪੜ੍ਹਾਉਣੀ ਵੀ ਹੈ ਜੀ, ਹੁਣ ਤੋਂ ਜੀ ਮੈਂ ਉਹਦਾ ਖਰਚਾ ਕਿਵੇਂ ਕਰੂੰਗੀ। ਮੈਂ ਵੀ ਵਿਧਵਾ ਹਾਂ ਜੀ, ਮੇਰਾ ਵੀ ਕੋਈ ਨਹੀਂ ਹੈਗਾ ਜੀ, ਇਕੱਲੀ ਜਾਣੀ ਹੈ ਜੀ ਮੈਂ। ਦੂਆ ਬੇਟਾ ਜੁਦਾ ਹੈ ਜੀ, ਆਪਣਾ ਖਰਚਾ ਆਪ ਤੋਰਦਾ ਜੀ। ਉਹ ਤਾਂ ਮਤਲਬ ਤੁਹਾਡੇ ਹੁਣ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ? ਨਾ ਜੀ, ਮੈਂ ਤਾਂ ਇਕੱਲੀ ਹਾਂ ਜੀ। ਇਕੱਲੇ ਰਹਿੰਦੇ? ਹਾਂਜੀ, ਬੇਟਾ ਜੀ ਜੁਦਾ ਜੀ। ਬੇਟਾ ਹੈਗਾ ਉਹ ਅਲੱਗ ਰਹਿੰਦਾ? ਲੱਗਾ ਜੀ। ਤੇ ਕਿਸ ਤਰ੍ਹਾਂ ਇਸ ਦਾ ਫਿਰ ਪਾਲਣ ਪੋਸ਼ਣ? ਮੈਨੂੰ ਜੀ ਸਰਕਾਰ ਤੋਂ ਬਹੁਤ ਮਦਦ ਚਾਹੀਦੀ ਹੈ ਜੀ, ਮੈਨੂੰ ਮਦਦ। ਹਾਂਜੀ। ਸੋ ਇਸ ਦੁਖੀ ਮਾਂ ਦੀ ਇੱਕੋ ਹੀ ਪੁਕਾਰ ਹੈ ਕਿ ਮੇਰੇ ਇਸ ਬੱਚੀ ਦੇ ਪਾਲਣ ਪੋਸ਼ਣ ਦੇ ਲਈ ਸਰਕਾਰ ਕੋਈ ਮਦਦ ਕਰੇ, ਕੋਈ ਇਸ ਦੀ ਨੌਕਰੀ ਦਾ ਹਿੱਲਾ ਵਸੀਲਾ ਕਰੇ, ਜਾਂ ਫਿਰ ਜਿਸ ਤਰ੍ਹਾਂ ਕਿ ਬੜੀਆਂ ਕੇਂਦਰ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਵੀ ਕਈ ਸਕੀਮਾਂ ਚਲਾਈਆਂ ਜਾਂਦੀਆਂ ਜਿਸ ਦੇ ਵਿੱਚ ਬੱਚੀਆਂ ਦੇ ਲਈ ਬਹੁਤ ਕੁਝ ਰੱਖਿਆ ਹੁੰਦਾ, ਬਹੁਤ ਕੁਝ ਦੱਸਿਆ ਜਾਂਦਾ। ਸੋ ਉਸ ਤਰ੍ਹਾਂ ਦੀ ਵੀ ਜਿਹੜੀ ਹੈ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਸ ਬੱਚੀ ਨਾਲ ਜੋ ਅਣਹੋਣੀ ਘਟੀ ਹੈ ਉਸ ਨੂੰ ਤਾਂ ਹਜੇ ਪਤਾ ਵੀ ਨਹੀਂ ਵੀ ਉਸ ਦੇ ਨਾਲ ਹੋਇਆ ਕੀ ਹੈ, ਤੇ ਬਿਰਧ ਅਵਸਥਾ ਦੇ ਵਿੱਚ ਵਿਧਵਾ ਮਾਂ ਕਿਸ ਤਰ੍ਹਾਂ ਪਾਲੇਗੀ, ਕਿਉਂਕਿ ਦੂਸਰਾ ਬੇਟਾ ਜਿਹੜਾ ਉਹ ਅਲੱਗ ਰਹਿੰਦਾ। ਸੋ ਫਿਰ ਵੀ ਹਰੇਕ ਦਾ ਆਪਣਾ ਆਪਣਾ ਪਰਿਵਾਰ ਹੈ। ਸੋ ਇਸ ਬੱਚੀ ਔਰ ਇਸ ਮਾਤਾ ਲਈ ਸੋਚਣਾ ਚਾਹੀਦਾ, ਨਾ ਕਿ ਇਹਨਾਂ ਦੀ ਬਦਨਾਮੀ ਕਰਨੀ ਚਾਹੀਦੀ ਹੈ। ਸੋ ਗੱਲ ਕਰਾਂਗੇ, ਪੰਚਾਇਤ ਮੈਂਬਰ ਸਾਡੇ ਨਾਲ ਬੈਠੇ ਆ, ਉਹਨਾਂ ਦੇ ਨਾਲ ਕਰਾਂਗੇ ਗੱਲ। ਆਜੋ। ਸੋ ਇਸ ਵਕਤ ਸਾਡੇ ਨਾਲ ਮੌਜੂਦ ਨੇ ਕਮਲਪ੍ਰੀਤ ਜੀ, ਜੋ ਮੈਂਬਰ ਪੰਚਾਇਤ ਨੇ ਇਸ ਪਿੰਡ ਦੇ। ਗੱਲ ਕਰਦੇ ਆ ਕਮਲ ਜੀ, ਜੋ ਇਹ ਪਿੰਡ ਦੇ ਵਿੱਚ ਹੋਇਆ, ਤੁਹਾਡੇ ਇਹ ਅਣਹੋਣੀ ਹੋਈ ਹੈ ਪਿੰਡ ਦੇ ਵਿੱਚ, ਕੀ ਕਹੋਗੇ? ਉਸ ਦਿਨ ਤੁਸੀਂ ਪਹੁੰਚੇ ਤੇ ਕੀ ਤੁਸੀਂ ਦੇਖਿਆ? ਸਰ, ਸਭ ਤੋਂ ਪਹਿਲਾਂ ਸਾਨੂੰ ਫੋਨ ਆਇਆ ਜੀ ਇੱਥੇ ਤੋਂ, ਇਹਨਾਂ ਦਾ ਫੋਨ ਆਇਆ ਵੱਡੇ ਭਰਾ ਦਾ, ਗੁਰਵਿੰਦਰ ਦੇ। ਸਾਰੀ ਪੰਚਾਇਤ ਆਈ ਜਦੋਂ ਉਰੇ, ਅਸੀਂ ਆ ਕੇ ਦੇਖਿਆ ਇੱਧਰ ਨੂੰ ਸੀਸਾ ਪੱਟ ਕੇ, ਤੇ ਗੁਰਵਿੰਦਰ ਉਰੇ ਲਮਕ ਰਿਹਾ ਸੀਗਾ ਤੇ ਉਹਦੀ ਵਾਈਫ ਉਰੇ ਪਈ ਸੀਗੀ, ਨਾਲ ਹੀ ਬੈੱਡ ਸੀਗੇ। ਤੇ ਉਹ ਤੋਂ ਬਾਅਦ ਅਸੀਂ ਥਾਣਾ ਸਦਰ ਆਪਣੇ ਥਾਣੇ ਫੋਨ ਕਰਿਆ ਤੇ ਪੁਲਿਸ ਵਾਲਿਆਂ ਨੇ ਆ ਕੇ ਜੀ ਮੌਕਾ ਦੇਖ ਕੇ ਦਰਵਾਜ਼ਾ ਉਹਨਾਂ ਨੇ ਆਪ ਖੋਲ੍ਹਿਆ ਜੀ। ਉਹ ਤੋਂ ਬਾਅਦ ਉਰੇ ਪੀਟੀਸੀ ਵਾਲੇ ਵੀ ਆਏ ਸੀਗੇ, ਪੀਟੀਸੀ ਨਿਊਜ਼ ਵਾਲੇ, ਤੇ ਉਹਨਾਂ ਨੇ ਵੀ ਦੇਖਿਆ, ਸਾਰਿਆਂ ਨੇ ਮੌਕਾ ਦੇਖਿਆ, ਉਹਨਾਂ ਨੇ ਸੁਸਾਈਡ ਕਰਿਆ ਵਾ ਸੀਗਾ ਜੀ। ਹਾਂਜੀ, ਇਹ ਬਾਕੀ ਜਿਹੜੀਆਂ ਸਾਰੀਆਂ ਅਫਵਾਹਾਂ ਡਾਈ ਜਾਂਦੀਆਂ ਜੀ, 9 ਕਿੱਲੇ ਵਾਲੀ ਜੋ ਕੁਝ ਵੀ, ਇਦਾਂ ਦੀ ਕੋਈ ਗੱਲ ਨਹੀਂ ਸੀਗੀ। 1.5 ਪੌਣੇ 2 ਕਿੱਲੇ ਜ਼ਮੀਨ ਸੀਗੀ ਜੀ ਉਹਦੇ ਕੋਲ, ਉਹਦੀ ਮਾਤਾ ਦੇ ਨਾਂ ਵੀ ਸੀਗੀ ਵਿੱਚ ਤੋਂ, ਉਹਦਾ ਵੱਡਾ ਭਰਾ ਅਲੱਗ ਹੋਇਆ ਵਾ ਜੀ, ਉਹਦੇ ਕੋਲ ਵੀ ਸੀਗੀ। ਉਹਨੇ ਕਿੱਲਾ ਵੇਚਿਆ ਸੀਗਾ, ਇਹਨਾਂ ਨੇ ਆਪਣਾ ਘਰ ਪਾਇਆ ਸੀਗਾ, ਉਹ ਬਾਹਰ ਵੀ ਗਿਆ ਸੀਗਾ, ਕੋਰੀਆ ਗਿਆ ਸੀਗਾ, ਤੇ ਕੋਈ ਕਾਰਨ ਕਰਕੇ ਉਹ ਮੁੜਿਆ ਆ। ਹਰੇਕ ਸ਼ੁਰੂ ਤੋਂ ਨਹੀਂ ਹੁੰਦਾ ਜੀ, ਚਲੋ ਮਾੜਾ ਟਾਈਮ ਆ ਜਾਂਦਾ, ਪਰ ਫਿਰ ਵੀ ਆਹ ਗੱਲਾਂ ਗਲਤ ਹੈ ਜੀ ਬਹੁਤ, ਚੈਨਲ ਵਾਲਿਆਂ ਦੀਆਂ ਸਾਰਿਆਂ ਦੀਆਂ। ਪਹਿਲਾਂ ਪੂਰੀ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਜੀ, ਉਹ ਤੋਂ ਬਾਅਦ ਗੱਲ ਕਰਨੀ ਚਾਹੀਦੀ ਹੈ। ਸੋ ਇਸ ਗੱਲ ਦਾ ਵੱਡਾ ਦੁੱਖ ਹੈ ਕਿ ਚਲੋ ਇੱਕ ਤਾਂ ਪੁੱਤ ਚਲਾ ਗਿਆ, ਨੂੰਹ ਚਲੀ ਗਈ, ਪਿੰਡ ਵਾਲਿਆਂ ਨੂੰ ਵੀ ਦੁੱਖ ਹੈ ਕਿਉਂਕਿ ਇਹਨਾਂ ਦੇ ਬਰਾਬਰ ਦਾ ਸਾਥੀ ਸੀ ਉਹ ਜਿਹੜਾ ਚਲਾ ਗਿਆ ਅੱਜ। ਸੋ ਇਹਨਾਂ ਨੇ ਜਦੋਂ ਦੇਖਿਆ ਤੇ ਉਹ ਸੁਸਾਈਡ ਹੀ ਸੀ, ਕਿਉਂਕਿ ਉਹ ਇੱਥੇ ਪੱਖੇ ਨਾਲ ਲਟਕੇ ਹੋਏ ਸੀ ਔਰ ਉਹਨਾਂ ਦੀ ਵਾਈਫ ਜਿਹੜੀ ਹੈ ਬੈੱਡ ਦੇ ਉੱਤੇ ਪਈ ਸੀ। ਸੋ ਉਸ ਤੋਂ ਬਾਅਦ 9 ਕਿੱਲਿਆਂ ਵਾਲੀ ਅਫਵਾਹ ਜਾਂ ਫਿਰ ਨਸ਼ੇ ਦੀ ਓਵਰਡੋਜ਼ ਦੀ ਗੱਲ, ਇਹ ਗਲਤ ਹੈ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਇਸ ਗੱਲ ਕਰਕੇ ਇਹਨਾਂ ਦੇ ਅੱਜ ਮਨ ਦੇ ਵਿੱਚ ਰੋਸ਼ ਹੈ। ਜੇਕਰ ਗੱਲ ਕਰੀਏ ਨਸ਼ੇ ਦੀ, ਜਿਸ ਤਰ੍ਹਾਂ ਕਿ ਉਹ ਨਸ਼ੇ ਦੇ ਵਿੱਚ ਤਾਂ ਦੇਖੋ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਪਹਿਲਾਂ ਕਰਦੇ ਸੀ, ਛੱਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਪਿੰਡ ਦੇ ਵਿੱਚ ਹੋਰ ਲੋਕ ਵੀ ਜਿਹੜੇ ਨਸ਼ਾ ਕਰਦੇ? ਤੁਹਾਨੂੰ ਮੈਂ ਦੱਸਦਾ ਜੀ, ਨਸ਼ਾ ਜ਼ਰੂਰ ਕਰਦਾ ਸੀਗਾ ਜੀ ਉਹ। ਉਹਦੇ ਉੱਤੇ ਤੇ ਪਹਿਲਾਂ NDPS ਦਾ ਪਰਚਾ ਵੀ ਹੋ ਗਿਆ ਸੀਗਾ, ਮਹੀਨਾ ਕੁ ਹੋ ਗਿਆ ਸੀਗਾ ਉਹਨੂੰ ਆਏ ਨੂੰ। ਉਹ ਤੋਂ ਬਾਅਦ ਉਹਨੂੰ ਚਲੋ ਸਮਝਾਇਆ ਕੁਝ ਵੀ ਆ, ਉਹ ਤੋਂ ਬਾਅਦ ਉਹ ਮਾਈਂਡ ਕੇਅਰ ਤੋਂ ਆਪਣੇ ਸਰਹੰਦ ਦਵਾਈ ਖਾਂਦਾ ਸੀਗਾ ਜੀ। ਤੇ ਸਾਡੇ ਪਿੰਡ ਤੋਂ 5-7 ਬੰਦੇ ਹੋਰ ਵੀ ਆ ਜਿਨ੍ਹਾਂ ਦੇ ਗਵਾਹ ਉਹ ਚੀਜ਼ ਦੇ ਵੀ ਹਾਂ ਗਿੰਦਾ ਉੱਥੇ ਤੇ ਦਵਾਈ ਖਾਂਦਾ ਸੀਗਾ। ਜਿਸ ਦਿਨ ਉਰੇ ਮੌਕਾ ਦੇਖਿਆ ਜੀ, ਉਹਦੀ ਡੈਥ ਹੋਈ ਹੈ ਜੀ, ਉਹ ਪਿਆ ਸੀਗਾ ਜਾਂ ਜਿੰਦਾ ਖੋਲਿਆ, ਉਹਦੀਆਂ ਮੈਡੀਸਨ ਪਈ ਸੀਗੀ ਉਰੇ, ਮੈਡੀਸਨ ਦੇ ਨਾਲ ਉਹਦਾ ਕਾਰਡ ਸੀਗਾ ਜੀ ਦਵਾਈ ਦਾ। ਕੋਈ ਓਵਰਡੋਜ਼ ਵਾਲੀ ਕੋਈ ਗੱਲ ਨਹੀਂ ਸੀਗੀ ਜੀ ਉਰੇ, ਕੋਈ ਸਬੂਤ ਇਦਾਂ ਦਾ ਕੋਈ ਨਹੀਂ ਮਿਲਿਆ ਜੀ।
ਤੇ ਜੇਕਰ ਗੱਲ ਕਰ ਲਈਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਦਵਾਈ ਖਾਂਦੇ ਸੀ ਤੇ ਛੱਡਣ ਦੀ ਕੋਸ਼ਿਸ਼ ਕਰ ਰਹੇ ਸੀ, ਨਾਲ ਨਾਲ ਉਹਨਾਂ ਦੀ ਘਰਵਾਲੀ ਦੇ ਲਈ ਵੀ ਕਿਹਾ ਜਾ ਰਿਹਾ ਕਿ ਉਹ ਵੀ ਨਸ਼ਾ ਕਰਦੇ ਸੀ। ਦੇਖੋ ਜਿਹੜੀ ਚੀਜ਼ ਆਪਾਂ ਕਦੇ ਦੇਖਿਓ ਨਹੀਂ ਜੀ ਉਹਨੂੰ ਆਪਾਂ ਕਿਵੇਂ ਕਹਿ ਸਕਦੇ ਹਾਂ ਜੀ, ਕੋਈ ਕਿਵੇਂ ਕਰ ਸਕਦਾ। ਅੱਜ ਤੱਕ ਨਾ ਤਾਂ ਅਸੀਂ ਸੁਣਿਆ ਸੀਗਾ ਜੀ, ਨਾ ਕਦੇ ਵਿਚਾਰੀ ਦੇਖੀ ਹੈ ਜੀ। ਵਧੀਆ ਵਰਤ ਵਿਹਾਰ ਤਾਂ ਉਹਨਾਂ ਦਾ, ਇਹਨਾਂ ਦੇ ਫੈਮਿਲੀ 3 ਫੈਮਲੀਆਂ ਇੱਕੋ ਘਰ 'ਚ ਰਹਿੰਦੀਆਂ ਸੀਗੀਆਂ ਪਹਿਲਾਂ, ਇਹਨਾਂ ਦਾ ਵਧੀਆ ਆਪਸ 'ਚ ਬਣਦੀ ਸੀਗੀ, ਕਦੇ ਇਹਨਾਂ ਦਾ ਆਪਸ 'ਚ ਕੋਈ ਗੱਲਬਾਤ ਵੀ ਨਹੀਂ ਹੋਈ। ਹੁਣ ਮਾਨਸਿਕ ਤੌਰ ਤੇ ਥੋੜਾ ਜਿਹਾ ਪਰੇਸ਼ਾਨ ਰਹਿੰਦਾ ਸੀਗਾ, ਜੇ ਇੱਥੇ ਮੋੜ ਤੇ ਖੜਾ ਰਹਿੰਦਾ ਸੀਗਾ, ਉਹਦਾ ਤਾਇਆ ਜੀ ਉਹਨਾਂ ਨਾਲ ਵੀ ਕਰ ਲਿਓ ਗੱਲ, ਪੁੱਛ ਲਿਓ, ਇੱਥੇ ਮੋੜ ਤੇ ਖੜਾ ਸੀਗਾ, ਉਹ ਮਾਨਸਿਕ ਤੌਰ ਤੇ ਥੋੜਾ ਜਿਹਾ ਡਿਪਰੈਸ਼ਨ 'ਚ ਰਹਿੰਦਾ ਸੀਗਾ ਜੀ। ਹਾਂਜੀ। ਸੋ ਜੇਕਰ ਇੱਥੇ ਹੀ ਇੱਕ ਗੱਲ ਹੋਰ ਜਿਵੇਂ ਕਰ ਲਈਏ ਕਿ ਪੋਸਟਮਾਰਟਮ ਵੀ ਹੋਇਆ ਹੋਣਾ, ਉਸ ਤੋਂ ਬਾਅਦ ਪੋਸਟਮਾਰਟਮ ਦੇ ਵਿੱਚ ਕੀ ਆਇਆ? ਹਾਂਜੀ, ਪੋਸਟਮਾਰਟਮ 'ਚ ਉਹਦੀ ਸੁਸਾਇਡ ਆਇਆ ਜੀ। ਮਤਲਬ ਨਸ਼ਾ ਨਹੀਂ? ਨਹੀਂ ਜੀ, ਨਸ਼ਾ ਨਹੀਂ ਆਇਆ। ਸੋ ਇਹ ਪੰਚਾਇਤ ਮੈਂਬਰ ਨੇ ਜੀ, ਇਹਨਾਂ ਦਾ ਕਹਿਣਾ ਇਹੀ ਹੈ ਕਿ ਦੇਖੋ ਮੌਤ ਜਿਹੜੀ ਸੁਸਾਈਡ ਹੈ, ਪਰ ਉਸ ਨੂੰ ਗਲਤ ਸੋਸ਼ਲ ਮੀਡੀਆ ਦੇ ਉੱਤੇ ਗਲਤ ਵਾਇਰਲ ਕੀਤਾ ਜਾ ਰਿਹਾ। ਸੋ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ, ਬਲਕਿ ਸਮਾਜ ਨੂੰ ਚਾਹੀਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਪਰਿਵਾਰ ਦੇ, ਕਿਉਂਕਿ ਹਮੇਸ਼ਾ ਹੀ ਪਿੰਡਾਂ ਦੇ ਵਿੱਚ ਵੀ, ਸ਼ਹਿਰਾਂ ਦੇ ਵਿੱਚ ਵੀ, ਗਲੀਆਂ ਮੁਹੱਲਿਆਂ ਦੇ ਵਿੱਚ ਵੀ ਜਦੋਂ ਕਿਸੇ ਤੇ ਕੋਈ ਮੁਸੀਬਤ ਪੈਂਦੀ ਹੈ, ਦੂਰ ਦੂਰ ਦੇ ਦੇਸ਼ਾਂ ਦੇ ਲਈ ਵੀ ਲੋਕ ਮਦਦ ਦੇ ਲਈ ਅੱਗੇ ਆਉਂਦੇ ਆ, ਨਾ ਕਿ ਇਸ ਤਰ੍ਹਾਂ ਦੀ ਹਰਕਤ ਕਰਦੇ ਆ। ਸੋ ਇਸ ਚੀਜ਼ ਤੋਂ ਗੁਰੇਜ਼ ਕਰਨਾ ਚਾਹੀਦਾ ਕਿ ਇਸ ਤਰ੍ਹਾਂ ਕਿਸੇ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ। ਜੋ ਹੋਇਆ ਸਹੀ ਸੀ, ਸੱਚ ਤਰੀਕੇ ਦੇ ਨਾਲ ਪੇਸ਼ ਕੀਤਾ ਜਾਵੇ, ਉਸ ਲਈ ਅਸੀਂ ਅੱਜ ਇੱਥੇ ਪਹੁੰਚੇ ਤੇ ਇਹਨਾਂ ਨੇ ਗੱਲ ਕੀਤੀ ਹੈ। ਇਹ ਕਹਾਣੀ ਬਿਲਕੁਲ ਉਲਟ ਹੈ। 9 ਕਿੱਲਿਆਂ ਵਾਲੀ ਤਾਂ ਸਰਾਸਰ ਖਾਰਜ ਕੀਤੀ ਜਾਂਦੀ, ਕਿਉਂਕਿ ਇਹਨਾਂ ਦਾ ਕਹਿਣਾ ਕਿ ਕਿੱਲੇ ਹੀ ਉਹਨਾਂ ਕੋਲ 1.5 ਜਾਂ ਪੌਣੇ 2 ਨੇ ਤੇ 9 ਕਿੱਥੋਂ ਕੋਈ ਵੇਚ ਦੂਗਾ। ਨਸ਼ੇ ਦੀ ਜਿਹੜੀ ਗੱਲ ਹੈ, ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਉੱਥੇ ਛੱਡਣ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਸੀ, ਜੋ ਕਿ ਲਗਾਤਾਰ ਪਿਛਲੇ 20 ਦਿਨਾਂ ਤੋਂ ਦਵਾਈ ਖਾ ਰਿਹਾ ਸੀ ਔਰ ਉਸ ਦੀਆਂ ਪਰਚੀਆਂ ਔਰ ਰਿਪੋਰਟਸ ਹੈਗੀਆਂ। ਫਿਰ ਵੱਡੀ ਗੱਲ ਪੁਸ਼ਟੀ ਇਸ ਗੱਲ ਦੀ ਕਰਦਾ ਮੈਡੀਕਲ, ਕਿਉਂਕਿ ਪੋਸਟਮਾਰਟਮ ਜਦੋਂ ਹੋਇਆ ਉਸ ਦੇ ਵਿੱਚ ਕੁਝ ਨਹੀਂ ਆਇਆ। ਫਿਰ ਜੇਕਰ ਗੱਲ ਕਰੀਏ ਉਸ ਦੀ ਪਤਨੀ ਦੀ ਕਿ ਉਹ ਨਸ਼ਾ ਕਰਦੀ ਸੀ, ਸੋ ਇਸ ਨੂੰ ਟੋਟਲ ਇਹ ਖਾਰਜ ਕਰਦੇ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਸ ਦੇ ਨਸ਼ੇ ਦੀ ਕੋਈ ਪੁਸ਼ਟੀ ਨਹੀਂ ਹੋਈ। ਬਿਲਕੁਲ ਇਸੇ ਤਰ੍ਹਾਂ ਜੀ ਸਾਰਾ ਕੁਝ। ਹਾਂਜੀ ਸਰ, ਸੱਚ ਹੈ ਜੀ ਇਹ। ਸੋ ਗੱਲ ਕਰਾਂਗੇ ਸੁਸਾਇਡ ਕੋਈ ਜ਼ਰੂਰੀ ਥੋੜੀ ਹੈ ਜੀ। ਬਹੁਤ ਤਰ੍ਹਾਂ ਦੇ ਲੋਕ ਆ ਜਿਨ੍ਹਾਂ ਨੇ ਅੱਜ ਤੱਕ ਨਸ਼ਾ ਟੱਚ ਨਹੀਂ ਕਰਿਆ, ਉਹ ਵੀ ਸੁਸਾਇਡ ਕਰ ਲੈਂਦੇ ਆ ਜੀ। ਡਿਪਰੈਸ਼ਨ ਕਿਸੇ ਨੂੰ ਵੀ ਹੋ ਸਕਦੀ ਹੈ ਜੀ, ਕਿਸੇ ਵੀ ਤਰ੍ਹਾਂ ਦੀ ਕੋਈ 100 ਪ੍ਰੋਬਲਮ ਹੁੰਦੀ ਹੈ ਜੀ। ਆਪਾਂ ਕਹਿ ਨਹੀਂ ਸਕਦੇ ਜੀ ਇਹ ਗੱਲ ਵੀ ਹਾਂ ਨਸ਼ਾ ਕਰਕੇ ਸੁਸਾਇਡ ਕਰ ਲਿਆ ਜੀ, ਠੀਕ ਹੈ ਨਾ ਜੀ। ਇਹ ਤਾਂ ਆਪਾਂ ਮੰਨਦੇ ਹਾਂ ਗੱਲ ਵੀ ਹਾਂ ਕਰ ਲਿਆ ਹੋਣਾ ਜੀ, ਉਹਨੇ ਨਸ਼ਾ ਕਰ ਲਿਆ ਹੋਣਾ, ਪਰ ਇਹ ਗੱਲ ਨਹੀਂ ਨਾ ਹੈਗੀ ਸੱਚ ਵੀ 9 ਕਿੱਲੇ ਵੇਚਤੇ ਜੀ। ਹਾਲਾਂਕਿ ਨਾਲ ਦੀ ਨਾਲ ਉਹਦਾ ਮੈਡੀਸਨ ਵੀ ਚੱਲਦਾ ਸੀਗਾ ਜੀ। ਠੀਕ ਹੈ ਜੀ, ਹਾਂ, ਸ਼ੁਕਰੀਆ ਜੀ ਗੱਲ ਕਰਨ ਦੇ ਲਈ। ਮੈਂ ਕਹਿੰਦੇ ਬੋਲਿਆ ਤਾਂ ਹੈ ਨਹੀਂ। ਫਿਰ ਨਾ ਪਤਾ ਕੀ ਤੁਸੀਂ ਬੋਲ ਦਿਓ ਜੀ, ਤੁਸੀਂ 2 ਗੱਲਾਂ ਹੀ ਬੋਲ ਦਿਓ ਫਿਰ। ਸੋ ਇਸ ਪਰਿਵਾਰ ਦੇ ਨਾਲ ਪਰਿਵਾਰਕ ਜਿਨ੍ਹਾਂ ਦੇ ਰਿਸ਼ਤੇ ਆ ਉਹ ਸਾਡੇ ਨਾਲ ਮੌਜੂਦ ਨੇ, ਨਾਲ ਦੇ ਪਿੰਡ ਤੋਂ ਸਰਪੰਚ ਨੇ ਬਲਵੀਰ ਸਿੰਘ ਜੀ, ਉਹਨਾਂ ਨਾਲ ਗੱਲ ਕਰਦੇ ਆ। ਕੀ ਕਹਿਣਾ ਚਾਹੋਗੇ ਜੀ ਇਸ तमाम ਜਿਹੜੀ ਘਟਨਾ ਹੋਈ ਆ ਔਰ ਪਰਿਵਾਰ ਦੇ ਨਾਲ ਐਡਾ ਵੱਡਾ ਦੁੱਖ ਵਾਪਰਿਆ? ਮੈਂ ਤਾਂ ਇਹੀ ਬੇਨਤੀ ਕਰਦਾ ਵੀ ਅਣਹੋਣੀ ਘਟਨਾ ਹੋਈ ਹੈ, ਪਰਿਵਾਰ 'ਚੋਂ 2 ਜੀ ਚਲੇ ਗਏ, ਸਦਮੇ 'ਚ ਪਰਿਵਾਰ। ਪਰ ਉਹ ਜਿਹੜੀ ਉਸ ਬੱਚੀ ਦਾ ਮਾਂ ਨਹੀਂ, ਪਿਓ ਨਹੀਂ, ਉਹਨੂੰ ਸਰਕਾਰ ਨੂੰ ਸੈਸ਼ਨ 'ਚ ਮਤਾ ਪਾਉਣਾ ਚਾਹੀਦਾ ਵੀ ਕੋਈ ਵੀ ਸਰਕਾਰ ਆਵੇ, ਜਦੋਂ ਉਹਦੀ ਏਜ ਹੋਵੇ ਉਹਨੂੰ ਨੌਕਰੀ ਤੇ ਉਹਦੀ ਐਜੂਕੇਸ਼ਨ ਫ੍ਰੀ ਹੋਣੀ ਚਾਹੀਦੀ ਹੈ। ਹੋਰ ਸੰਸਥਾ ਨੂੰ ਮੈਂ ਬੇਨਤੀ ਕਰਦਾ ਕੋਈ ਵੀ ਮਦਦ ਲਈ ਆਵੇ, ਇਸ ਬੱਚੀ ਲਈ ਕੋਈ ਸੋਚਿਆ ਜਾਵੇ। ਆਪਾਂ ਹੋਰ ਕਈ ਜਗ੍ਹਾ ਦੇਖ ਲਓ, ਕੋਈ ਸੰਸਥਾ 'ਚ ਹੈਲਪ ਕਰਦੇ ਨੇ, ਪਰ ਇਸ ਬੱਚੀ ਦੀ ਹੈਲਪ ਹੋਣੀ ਚਾਹੀਦੀ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਇਹੀ ਗੱਲ ਅਸੀਂ ਆਪਣੇ ਮਾਧਿਅਮ ਰਾਹੀਂ ਕਹਾਂਗੇ ਕਿ ਲੋਕ ਜੋ ਸੰਸਥਾਵਾਂ ਨੇ ਜਾਂ ਸਰਕਾਰ ਹੈ ਜਾਂ ਕੁਝ ਇੰਡੀਵਿਜੂਅਲ ਲੋਕ ਨੇ ਜੋ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ, ਉਹਨਾਂ ਦੀ ਪੁਰਜ਼ੋਰ ਮਦਦ ਕਰਦੇ ਆ। ਸੋ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਇਹ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੇ ਉੱਤੇ ਦੁੱਖਾਂ ਦਾ ਜਿਹੜਾ ਪਹਾੜ ਗਿਰਿਆ, ਉਸ ਤੋਂ ਬਾਅਦ ਅੱਜ ਵੀ ਪਰਿਵਾਰ ਸਦਮੇ ਦੇ ਵਿੱਚ ਹੈ। ਸੋ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਉਸ 1 ਸਾਲ ਦੀ ਬੱਚੀ ਦੀ ਮਦਦ ਕੀਤੀ ਜਾਵੇ ਜਿਸ ਨੂੰ ਹਜੇ ਤੱਕ ਇਹ ਵੀ ਨਹੀਂ ਪਤਾ ਕਿ ਇਸ ਸੰਸਾਰ ਦੇ ਵਿੱਚ ਹੁਣ ਉਸ ਦਾ ਕੋਈ ਨਹੀਂ ਰਿਹਾ। ਸਿਰਫ ਇੱਕ ਬਿਰਧ ਔਰ ਵਿਧਵਾ ਦਾਦੀ ਹੈ, ਉਹ ਉਸ ਦਾ ਪਾਲਣ ਪੋਸ਼ਣ ਜਾਂ ਉਸ ਨੂੰ ਪੜ੍ਹਾ ਲਿਖਾ ਕੇ ਇੱਕ ਨੌਕਰੀ ਤੱਕ ਜਾਂ ਇੱਕ ਅੱਛੇ ਜੀਵਨ ਤੱਕ ਕਿਸ ਤਰ੍ਹਾਂ ਪਹੁੰਚਾ ਪਾਏਗੀ, ਕਿਉਂਕਿ ਕਮਾਉਣ ਵਾਲਾ ਇਸ ਪਰਿਵਾਰ ਦੇ ਵਿੱਚ ਹੁਣ ਕੋਈ ਵੀ ਨਹੀਂ ਰਿਹਾ। ਸੋ ਅੱਧੇ ਕਿੱਲੇ ਦੀ ਖੇਤੀ ਦੇ ਨਾਲ ਵੀ ਇੱਕ ਬੱਚੇ ਨੂੰ ਪੜ੍ਹਾਉਣਾ ਜਾਂ ਪਾਲਣਾ ਬਹੁਤ ਮੁਸ਼ਕਲ ਹੈ। ਸੋ ਜਿੰਨੇ ਵੀ ਲੋਕ ਦੂਸਰਿਆਂ ਦੀ ਮਦਦ ਕਰਦੇ ਆ, ਚਾਹੇ ਉਹ ਸਮਾਜਿਕ ਸੰਸਥਾਵਾਂ ਨੇ, ਚਾਹੇ ਸਰਕਾਰੀ ਸੰਸਥਾਵਾਂ ਨੇ, ਚਾਹੇ ਕੋਈ ਹੋਰ ਦਾਨੀ ਸੱਜਣ ਹੈ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ। ਜ਼ਿਲ੍ਹਾ ਫਤਿਹਗੜ੍ਹ ਦੇ ਪਿੰਡ ਵਜੀਦਪੁਰ ਦਾ ਇਹ ਪਰਿਵਾਰ ਹੈ ਜਿਸ ਦੇ ਨਾਲ ਬਹੁਤ ਵੱਡਾ ਜਿਹੜਾ ਹੈ ਦੁਖਾਂਤ ਹੋਇਆ ਔਰ ਐਡਾ ਵੱਡਾ ਦੁੱਖਾਂ ਦਾ ਪਹਾੜ ਇਸ ਪਰਿਵਾਰ ਦੇ ਉੱਤੇ ਟੁੱਟਿਆ। ਕੈਮਰਾਮੈਨ ਲਵੀਸ਼ ਦੇ ਨਾਲ ਅਨੁਰਾਗ ਸ਼ਰਮਾ, ਪਟਿਆਲਾ ਤੋਂ।